ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਹਾਂ ਬੋਧ ਪ੍ਰਭ ਤੁਛ ਹਮਾਰੀ, ਬਰਨ ਨ ਸਕੈ ਮਹਿਮਾ ਜੇ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। वाहिगुरु साहिब जीओ। राग बिलावल पातशाही दसवीं, सो किम मानस रूप कहाए। सिद्ध समाध साध कर हारे, क्यों न देखन पाए रहाओ। नारद व्यास पराशर त्रूसे, ਧਿਆਵਤ ਧਿਆਨ ਲਗਾਏ। ਵੇਦ ਪੁਰਾਨ ਹਾਰ ਹਠ ਛਾੜਿਓ, ਤਦਪ ਧਿਆਨ ਨ ਆਏ। ਦਾਨਵ ਦੇਵ ਪਿਸ਼ਾਚ ਪ੍ਰੇਤ ਤੇ, ਨੇਤਹ ਨੇਤ ਕਹਾਏ। ਸੂਛਮ ਤੇ ਸੂਛਮ ਕਰ ਚੀਨੇ, ਬ੍ਰਿਧਨ ਬ੍ਰਿਧ ਬਤਾਏ। ਭੂਮ ਆਕਾਸ਼ ਪਤਾਲ ਸਭੈ ਸਜ, ਏਕ ਅਨੇਕ ਸਦਾਏ। ਸੋ ਨਰ ਕਾਲ ਫਾਸ ਤੇ ਬਾਚੇ, ਜੋ ਹਰ ਸ਼ਰਨ ਸਿਧਾਏ। ਭੂਮ ਆਕਾਸ਼ ਪਤਾਲ ਸਭੈ ਸਜ, ਏਕ ਅਨੇਕ ਸਦਾਏ। ਸੋ ਨਰ ਕਾਲ ਫਾਸ ਤੇ ਬਾਚੇ, ਜੋ ਹਰ ਸ਼ਰਨ ਸਿਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਅੱਜ ਆਪ ਜੀ ਨੇ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ, ਇਸ ਪਾਵਨ ਬਾਣੀ ਦਾ 8ਵਾਂ ਸ਼ਬਦ ਆਪ ਜੀ ਨੇ ਹੁਣੇ ਸ਼੍ਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰਾਂ ਦੀਆਂ ਬਖਸ਼ੀਆਂ ਰਹਿਮਤਾਂ ਅੱਜ ਆਪਾਂ ਵਿਚਾਰਨੀਆਂ ਹਨ। ਇਸ ਸ਼ਬਦ ਦੀ ਰਾਹੀਂ ਮੇਰੇ ਸਾਹਿਬਾਂ ਨੇ ਕੀ ਸਾਨੂੰ ਸਮਝਾਇਆ, ਕਿਵੇਂ ਉਸ ਪਰਮਾਤਮਾ ਦੀ ਉਸਤਤ, ਪਰਮਾਤਮਾ ਦੀ ਵਡਿਆਈ ਕੀਤੀ, ਇਹ ਅੱਜ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ। ਸਤਿਗੁਰੂ ਰਹਿਮਤ ਕਰਨ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਮਨ, ਆਪਣੇ ਚਿੱਤ ਨੂੰ ਕਰੋ ਇਕਾਗਰ। ਦਾਸ ਨੂੰ ਬਖਸ਼ੋ ਅਸੀਸ ਰੂਪੀ ਆਗਿਆ, ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਸ਼ਬਦ, ਇਸ ਸ਼ਬਦ ਦੇ ਅੰਦਰ ਪਹਿਲਾਂ ਮੇਰੇ ਪਾਤਸ਼ਾਹ ਸਤਿਗੁਰਾਂ ਨੇ ਇਸ ਸ਼ਬਦ ਦਾ ਸਿਰਲੇਖ ਬਖਸ਼ਿਸ਼ ਕੀਤਾ। ਰਾਗ ਬਿਲਾਵਲ ਪਾਤਸ਼ਾਹੀ ਦਸਵੀਂ, ਜਿਸ ਰਾਗ ਦੇ ਅੰਦਰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਨੂੰ ਉਚਾਰਿਆ ਉਹ ਬਿਲਾਵਲ ਰਾਗ ਹੈ। ਤੇ ਪਾਤਸ਼ਾਹੀ ਦਸਵੀਂ ਗੁਰੂ ਨਾਨਕ ਸਾਹਿਬ ਸਤਿਗੁਰਾਂ ਦੀ ਜੋਤ ਦੇ 10ਵੇਂ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ
ਗੁਰੂ ਗੋਬਿੰਦ ਸਿੰਘ ਮੇਰੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਿਆ ਇਹ ਸ਼ਬਦ ਹੈ। ਇਸ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਅੱਜ ਉਸ ਪਰਮਾਤਮਾ ਦੀ ਉਸਤਤ ਕੀਤੀ ਹੈ, ਉਸ ਪਰਮਾਤਮਾ ਦੀ ਵਡਿਆਈ ਕੀਤੀ। ਤੇ ਸਤਿਗੁਰਾਂ ਨੇ ਆਖਿਆ, ਭਾਈ ਬੜੇ ਇਹੋ ਜਿਹੇ ਇਨਸਾਨ, ਬੜੇ ਇਹੋ ਜਿਹੇ ਲੋਕ ਜਿਹੜੇ ਉਸ ਪਰਮਾਤਮਾ ਨੂੰ ਖੋਜਦੇ ਨੇ, ਬੜੇ ਇਹੋ ਜਿਹੇ ਇਨਸਾਨ ਜਿਹੜੇ ਉਸ ਪਰਮਾਤਮਾ ਨੂੰ ਲੱਭਦੇ ਪਏ ਨੇ, ਲੱਭਣ ਦਾ ਯਤਨ ਕਰ ਰਹੇ ਨੇ। ਕਿਸੇ ਨੇ ਕਿਸੇ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਖੋਜਣ ਦਾ ਯਤਨ ਕੀਤਾ, ਕਿਸੇ ਨੇ ਕਿਸੇ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਖੋਜਣ ਦਾ ਯਤਨ ਕੀਤਾ। ਭਾਵ ਲੱਭਦੇ ਸਾਰੇ ਹੀ ਪਏ ਨੇ ਉਸ ਪਰਮਾਤਮਾ ਨੂੰ, ਕੋਸ਼ਿਸ਼ ਸਾਰੇ ਕਰ ਰਹੇ ਨੇ। ਪਰ ਮੇਰੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਯਤਨ ਕਰ ਕਰਕੇ ਸਾਰੇ ਹਾਰ ਗਏ, ਕਿਸੇ ਨੂੰ ਪਰਮਾਤਮਾ ਮਿਲਦਾ ਨਹੀਂ ਹੈ। ਯਤਨ ਸਾਰਿਆਂ ਨੇ ਬੜੇ ਕੀਤੇ। ਅੱਜ ਦਾ ਜਿਹੜਾ ਰਹਾਉ ਦਾ ਬੰਦ ਹੈ ਨਾ, ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਸੋ ਕਿਮ ਮਾਨਸ ਰੂਪ ਕਹਾਏ। ਉਸ ਪਰਮਾਤਮਾ ਲਈ ਪਹਿਲਾ ਸ਼ਬਦ ਵਰਤਿਆ। ਸੋ ਜਿਹੜਾ ਸ਼ਬਦ ਹੈ ਉਸ ਵਾਹਿਗੁਰੂ ਲਈ ਹੈ, ਉਹ ਜਿਹੜਾ ਹੈ ਸੋ ਕਿਮ, ਕਿਵੇਂ। ਮਾਨਸ ਕਹਿੰਦੇ ਨੇ ਮਨੁੱਖ ਰੂਪ ਕਹਾਏ, ਉਹ ਕਿਵੇਂ ਮਨੁੱਖ ਰੂਪ ਕਹਿਆ ਜਾ ਸਕਦਾ ਹੈ ਪਰਮਾਤਮਾ। ਇੱਕ ਮਨੁੱਖ ਨੂੰ ਲੱਭਣਾ ਬੜਾ ਸੌਖਾ ਹੈ, ਇਨਸਾਨ ਨੂੰ ਲੱਭਣਾ ਕੋਈ ਔਖਾ ਨਹੀਂ। ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਸੋ ਕਿਮ ਮਾਨਸ ਰੂਪ ਕਹਾਏ, ਉਹਨੂੰ ਕਿਵੇਂ ਮਨੁੱਖ ਰੂਪ ਕਿਹਾ ਜਾ ਸਕਦਾ ਉਸ ਪਰਮਾਤਮਾ ਨੂੰ, ਜਿਸ ਪਰਮਾਤਮਾ ਨੂੰ ਲੱਭਣ ਦੇ ਵਾਸਤੇ ਸਿੱਧ ਸਮਾਧ ਸਾਧ ਕਰ ਹਾਰੇ। ਜਿਸ ਪਰਮਾਤਮਾ ਨੂੰ ਲੱਭਣ ਲਈ ਬੜੇ ਸਿੱਧ, ਬੜੀਆਂ ਵੱਡੀਆਂ ਵੱਡੀਆਂ ਸਮਾਧੀਆਂ ਲਾ ਲਾ ਕੇ ਹਾਰ ਗਏ ਹੋਣ, ਥੱਕ ਗਏ ਹੋਣ। ਸਿੱਧ ਸਮਾਧ ਸਾਧ ਕਰ ਹਾਰੇ, ਕਿਉਂ ਨਾ ਦੇਖਣ ਪਾਏ। ਕਹਿੰਦੇ ਫਿਰ ਵੀ ਪਰਮਾਤਮਾ ਉਹਨਾਂ ਨੂੰ ਨਹੀਂ ਦਿਸਿਆ, ਦੇਖਣ ਪਾਏ, ਉਹਨਾਂ ਨੂੰ ਨਹੀਂ ਮਿਲਿਆ ਰੱਬ। ਪਰਮਾਤਮਾ ਦੇ ਦੀਦਾਰ, ਉਹਦੇ ਦਰਸ਼ਨ ਨਹੀਂ ਹੋਏ। ਬੜੇ ਵੱਡੇ ਵੱਡੇ ਸਿੱਧ ਬੜੀਆਂ ਭਾਰੀ ਸਮਾਧੀਆਂ ਲਾ ਲਾ ਕੇ ਬੈਠੇ ਰਹੇ। ਪਾਤਸ਼ਾਹ ਜੀ ਨੇ ਆਖਿਆ, ਬੜੇ ਯਤਨ ਕਹਿੰਦੇ ਇਹਨਾਂ ਆਪਣੇ ਜੀਵਨ ਦੇ ਅੰਦਰ ਕਰ ਲਏ ਉਸ ਰੱਬ ਨੂੰ ਲੱਭਣ ਦੇ ਵਾਸਤੇ। ਗੁਰੂ ਸਾਹਿਬਾਂ ਨੇ ਅੱਗੇ ਕੁਝ ਨਾਂ ਵੀ ਲਏ ਨੇ। ਨਾਰਦ ਦਾ ਨਾਮ ਲਿਆ, ਧਰੂ ਦਾ ਨਾਮ ਲਿਆ, ਪਰਾਸ਼ਰ ਦਾ ਨਾਮ ਲਿਆ, ਬਿਆਸ ਦਾ ਨਾਮ ਲਿਆ। ਪਾਤਸ਼ਾਹ ਕਹਿੰਦੇ ਇਹਨਾਂ ਬੜੇ ਧਿਆਨ, ਇਹ ਵੀ ਬੜੇ ਧਿਆਨ ਲਾ ਲਾ ਕੇ ਬੈਠੇ ਰਹੇ। ਅਸਲ ਵਿੱਚ ਭਗਤੀ ਮਾਰਗ ਜਿਹੜਾ ਹੈ ਨਾ, ਭਗਤੀ ਮਾਰਗ ਇਹ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਹੈ। ਜਿਹੜਾ ਭਗਤੀ ਦਾ ਮਾਰਗ ਹੈ, ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਇਸ ਭਗਤੀ ਮਾਰਗ ਦੇ ਅੰਦਰ ਵੀ ਕਈ ਭਗਤ ਉਸ ਪਰਮਾਤਮਾ ਦੀ ਬੰਦਗੀ ਵਿੱਚ ਬੈਠੇ ਰਹੇ। 1-2 ਸਾਲ ਦਾ ਸਮਾਂ ਨਹੀਂ, ਕਈਆਂ ਨੇ ਆਪਣਾ ਸਾਰਾ ਸਾਰਾ ਜੀਵਨ, ਸਾਰੀ ਸਾਰੀ ਜ਼ਿੰਦਗੀ ਉਸ ਪਰਮਾਤਮਾ ਨੂੰ ਲੱਭਣ ਲਈ ਲਾ ਦਿੱਤੀ। 1-2 ਸਾਲ ਦਾ ਸਮਾਂ ਨਹੀਂ ਕਵਾਂਗੇ, ਕਿਉਂਕਿ ਸਾਡੀ ਇੱਕ ਹਾਲਤ ਹੈ, ਅਸੀਂ ਜੇ 10 ਮਿੰਟ 15 ਮਿੰਟ ਵੀ ਬੈਠ ਗਏ, ਪਹਿਲੀ ਗੱਲ ਤੇ ਉਹਨਾਂ ਚਿਰ ਬੈਠਣਾ ਵੀ ਔਖਾ ਹੈ। ਤੇ ਦੂਜੀ ਗੱਲ, ਜਿੰਨੀ ਦੇਰ ਬੈਠਦੇ ਆ ਨਾ ਅਸੀਂ ਆਪਣੇ ਜੀਵਨ ਦੇ ਅੰਦਰ ਉਸ ਪਰਮਾਤਮਾ ਦੀ ਬੰਦਗੀ ਲਈ, ਤੇ ਅਸੀਂ ਸਮਝਦੇ ਹਾਂ ਸ਼ਾਇਦ ਅਸੀਂ ਬੜਾ ਕੁਝ ਕਰ ਲਿਆ, ਬੜਾ ਲੰਮਾ ਸਮਾਂ ਉਹਦੀ ਯਾਦ ਵਿੱਚ ਬਤੀਤ ਕਰ ਲਿਆ। ਨਹੀਂ, ਇੱਥੇ ਧਰੂ ਵਰਗੇ ਉਹ ਵੀ ਹਨ ਜਿਹਦੇ ਬਾਰੇ ਅੰਮ੍ਰਿਤਮਈ ਬਾਣੀ ਨੇ ਸ਼ਬਦ ਵਰਤਿਆ ਹੈ ਕਿ 5 ਬਰਖ ਕੋ ਅਨਾਥ ਧਰੂ ਬਾਰਕ। 5 ਸਾਲ ਦਾ, 5 ਸਾਲ ਦੀ ਉਮਰ ਜਦੋਂ ਪਰਮਾਤਮਾ ਦੀ ਪ੍ਰਾਪਤੀ ਲਈ ਘਰੋਂ ਬਾਹਰ ਚਲਾ ਗਿਆ ਸੀ। ਪ੍ਰਸੰਗ ਭਾਵੇਂ ਭਾਈ ਗੁਰਦਾਸ ਜੀ ਨੇ ਪੂਰਾ ਜ਼ਿਕਰ ਕੀਤਾ ਹੈ ਕਿ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਦਰਈ ਕੀਤਾ। ਪੂਰਾ ਪ੍ਰਸੰਗ ਦੱਸਿਆ। ਡੱਡੋਂ ਲਿਕਾ ਮਾਂ ਪੁੱਛੈ, ਤੂੰ ਰਾਣੀ ਹੈ ਕਿ ਸਰੀਤਾ। ਰਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜ੍ਹਤਾ। ਮਾਂ ਨਾਲ ਸਵਾਲ ਜਵਾਬ ਹੋ ਰਹੇ ਨੇ। ਇਹਨੇ ਆਖਿਆ ਸੀ, ਕਿਸ ਉਦਮ ਤੇ ਰਾਜ ਮਿਲੇ। ਰਾਜ ਚਾਹਣਾ ਮੈਂ ਮਾਂ, ਇਹ ਬਾਦਸ਼ਾਹਤ ਚਾਹਣਾ ਮੈਂ, ਮੈਨੂੰ ਕਿਵੇਂ ਮਿਲੇਗੀ। ਸ਼ਤਰੂ ਤੇ ਸਭ ਹੋਣ ਮੀਤਾ, ਕਿਵੇਂ ਸ਼ਤਰੂ ਮੇਰੇ ਮਿੱਤਰ ਬਣ ਜਾਣ। 5 ਸਾਲ ਦਾ ਕਿਵੇਂ ਘਰ ਛੱਡ ਕੇ ਤੁਰ ਪਿਆ ਸੀ। ਪੁੱਛ ਰਿਹਾ ਹੈ ਮਾਂ ਨੂੰ, ਮਾਂ 5 ਸਾਲ ਦਾ ਬੱਚਾ, ਤੇ ਮਾਂ ਵੀ ਕਮਾਲ ਕਰਦੀ ਪਈ।
ਕਹਿੰਦਾ ਮਾਂ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਤੇ ਮਾਂ ਨੇ ਅੱਗੋਂ ਆਖਿਆ ਸੀ, ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈਐ ਪਤਿਤ ਪੁਨੀਤਾ। ਪੁੱਤਰ ਪਰਮੇਸ਼ਰ ਨੂੰ ਆਰਾਧ, ਜਿਹਦੇ ਨਾਮ ਨੂੰ ਜਪਣ ਨਾਲ ਪਤਿਤ ਤੋਂ ਇਨਸਾਨ ਪੁਨੀਤ ਬਣ ਜਾਂਦਾ ਹੈ। ਪਵਿੱਤਰ ਤੋਂ ਅੱਗੇ ਆ ਪੁਨੀਤ। ਪਵਿੱਤਰ 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 ਪੁਨੀਤ, 3 ਵਾਰ ਪਵਿੱਤਰ ਤੇ ਚੌਥੀ ਵਾਰ ਪੁਨੀਤ ਬਣਦਾ ਹੈ ਜਾ ਕੇ। ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ। ਜਿਹਦੇ ਨਾਮ ਨੂੰ ਜਪ ਕੇ ਇਨਸਾਨ ਪਤਿਤ ਤੋਂ ਪੁਨੀਤ ਬਣ ਜਾਂਦਾ। ਉਹਦੇ ਰੱਬ ਨੂੰ ਜਪ। ਇਹ ਮੈਂ ਤਾਂ ਇਹ ਪ੍ਰਸੰਗ ਥੋੜਾ ਜਿਹਾ ਵਿਸਥਾਰ ਕੀਤਾ। ਅਸੀਂ 5 ਮਿੰਟ 10 ਮਿੰਟ ਬਹਿ ਕੇ ਕਹਿੰਦੇ ਆ ਕਿ ਬੜਾ ਬੈਠ ਲਿਆ, ਬੜਾ ਜਪ ਲਿਆ, ਤੇ ਕਦੇ ਉਹਨਾਂ ਦੇ ਬਾਰੇ ਅਸੀਂ ਵੇਖਿਆ ਹੀ ਨਹੀਂ, ਪੜ੍ਹਿਆ ਨਹੀਂ, ਜਿਹੜੇ 5-5 ਸਾਲ ਦੀ ਉਮਰ ਵਿੱਚ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਮੁੜ ਪਏ। ਕਿੰਨਾ ਯਤਨ ਕੀਤਾ ਉਸ ਪਰਮਾਤਮਾ ਨੂੰ ਪਾਉਣ ਦੇ ਲਈ, ਕਿੰਨਾ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ। ਹਾਂ, ਇੱਕ ਬੇਨਤੀ ਹੋਰ ਕਰਾਂ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਆ ਨਾ, ਗੁਰੂ ਨਾਨਕ ਸਾਹਿਬ ਜੀ ਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਦੇ ਵਾਸਤੇ ਕਿ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਗੁਰੂ ਨਾਨਕ ਸਾਹਿਬ ਦੇ ਵਾਸਤੇ ਸ਼ਬਦ ਹੈ। ਅਸੀਂ ਇਹਨਾਂ ਸ਼ਬਦਾਂ ਤੋਂ, ਇਹਨਾਂ ਬਚਨਾਂ ਤੋਂ ਮੂੰਹ ਨਹੀਂ ਮੋੜ ਸਕਦੇ ਕਦੇ ਵੀ। ਜਦੋਂ ਆਖਿਆ ਨਾ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਫਿਰ ਅੱਗੇ ਜਾ ਕੇ ਆਖਿਆ ਭਾਰੀ ਕਰੀ ਤਪੱਸਿਆ। ਬੰਦਗੀ ਉਸ ਪਰਮਾਤਮਾ ਦੀ, ਵੱਡਾ ਭਾਗ ਹਰ ਸਿਉ ਬਣ ਆਈ। ਇੱਕ ਭਗਤੀ ਮਾਰਗ ਮੈਂ ਤਾਂ ਜ਼ਿਕਰ ਕੀਤਾ ਸੀ। ਭਗਤੀ ਮਾਰਗ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਦਾ ਇੱਕ ਰਸਤਾ, ਪਰਮਾਤਮਾ ਦੀ ਭਗਤੀ ਹੈ, ਉਹਦੀ ਬੰਦਗੀ ਹੈ, ਉਹਦੇ ਨਾਮ ਨੂੰ ਸਿਮਰਨਾ ਹੈ, ਉਹਨੂੰ ਪਾਉਣ ਦੇ ਵਾਸਤੇ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਹੱਠ ਵਿੱਚ ਉਹਨੂੰ ਪਾ ਰਹੇ ਹਨ। ਸਿੱਧ ਸਮਾਦ ਸਾਧ ਕਰ ਹਾਰੇ, ਸਿੱਧ ਬੜੀਆਂ ਵੱਡੀਆਂ ਵੱਡੀਆਂ ਸਮਾਧੀਆਂ ਲਾ ਲਾ ਕੇ ਹਾਰ ਗਏ, ਪਰ ਪਰਮਾਤਮਾ ਉਹਨਾਂ ਨੂੰ ਨਹੀਂ ਮਿਲਿਆ। ਬੜਿਆਂ ਨੇ ਬੜੇ ਯਤਨ ਕੀਤੇ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ। ਤਉ ਕਾਰਨ ਸਾਹਿਬਾ ਰੰਗ ਰਤੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ। ਤਉ ਕਾਰਨ, ਤੇਰੇ ਕਾਰਨ। ਤਉ ਦਾ ਇੱਥੇ ਜਿਹੜਾ ਤਉ ਸ਼ਬਦ ਪਰਮਾਤਮਾ ਦੇ ਵਾਸਤੇ ਵਰਤਿਆ ਗਿਆ। ਪਰਮਾਤਮਾ ਤੇਰੇ ਕਰਕੇ, ਤੈਨੂੰ ਪਾਉਣ ਦੇ ਵਾਸਤੇ। ਤਉ ਕਾਰਨ ਸਾਹਿਬਾ ਰੰਗ ਰਤੇ, ਉਹ ਰੰਗ ਵਿੱਚ ਰਤੇ ਗਏ। ਰੰਗ ਕਈ ਬੰਦਗੀ ਦੇ ਰੰਗ ਦੇ ਅੰਦਰ ਰਤੇ ਗਏ, ਕਈ ਹੱਠ ਸਮਾਧੀਆਂ ਵਾਲੇ ਪਾਸੇ ਆ ਗਏ, ਪਰ ਉਹਨੂੰ ਰੰਗ ਨਹੀਂ ਕਿਹਾ ਗਿਆ। ਉਹਨੂੰ ਹੱਠ ਜ਼ਰੂਰ ਕਿਹਾ ਗਿਆ, ਰੰਗ ਪਰਮਾਤਮਾ ਦੀ ਬੰਦਗੀ ਨੂੰ ਕਿਹਾ ਗਿਆ। ਜੇ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਹਰੀ ਦੇ ਨਾਮ ਦਾ ਰੰਗ ਜਿਹਨੂੰ ਲੱਗਾ ਉਹਨੂੰ ਸੂਰਮਾ, ਉਹਨੂੰ ਵੀ ਆਖਿਆ ਜੇ ਸੋ ਕਹੀਐ ਤਹਿ ਸੂਰਾ। ਲਾਲ ਰੰਗ ਤਿਸ ਕੇ ਲਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਜਿਨ ਕੇ ਚੋਲੇ ਰਤੜੇ ਪਿਆਰੇ, ਰਤੜੇ ਰੰਗੇ ਹੋਏ, ਜਿਨ ਕੇ ਚੋਲੇ ਰਤੜੇ ਪਿਆਰੇ। ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ, ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਤਉ ਕਾਰਨ ਸਾਹਿਬਾ ਰੰਗ ਰਤੇ। ਆਖਿਆ ਤੇਰੇ ਨਾਮ ਅਨੇਕਾਂ, ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਕਿੰਨੇ ਗੁਣ ਨੇ, ਕਹੇ ਨਹੀਂ ਜਾ ਸਕਦੇ, ਬਿਆਨ ਨਹੀਂ ਕੀਤੇ ਜਾ ਸਕਦੇ। ਤੇ ਬੜੇ ਇਹੋ ਜਿਹੇ ਨੇ ਜਿਹੜੇ ਤੇਰੇ ਨਾਮ ਵਿੱਚ, ਜਿਹੜੇ ਤੈਨੂੰ ਲੱਭਣ ਵਾਸਤੇ ਰਤੇ ਗਏ, ਜਿਹੜੇ ਤੇਰੇ ਲੱਭਣ ਦੇ ਵਾਸਤੇ ਦੌੜਦੇ ਪਏ ਨੇ ਸੱਚੇ ਪਾਤਸ਼ਾਹ, ਯਤਨ ਪਏ ਕਰਦੇ ਨੇ। ਤੇ ਉਹ ਜਿਹੜੇ ਯਤਨ ਕਰ ਰਹੇ ਨੇ ਨਾ ਉਸ ਪਰਮਾਤਮਾ ਨੂੰ ਲੱਭਣ ਦੇ ਵਾਸਤੇ, ਜਿਹੜੇ ਕੋਸ਼ਿਸ਼ ਕਰ ਰਹੇ ਨੇ ਉਹਨੂੰ ਖੋਜਣ ਦੇ ਵਾਸਤੇ, ਉਹਨਾਂ ਦਾ ਜ਼ਿਕਰ ਵੀ ਪਾਤਸ਼ਾਹ ਨੇ ਕੀਤਾ। ਮੈਂ ਥੋੜਾ ਜਿਹਾ ਇਤਿਹਾਸ ਦੇ ਵਿੱਚੋਂ ਵੀ ਆਪ ਜੀ ਦੇ ਸਾਹਮਣੇ ਕੁਝ ਰੱਖਾਂ, ਕਿਉਂਕਿ ਜਿਸ ਵੇਲੇ ਜੀਵਨ ਪੜ੍ਹਦੇ ਆ ਨਾ ਗੁਰੂ ਸਾਹਿਬਾਨਾਂ ਦਾ, ਵੇਖੋ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਯਤਨ ਸਨ। ਉਸ ਰੱਬ ਨੂੰ ਮਿਲਣ ਦੇ, ਉਸ ਰੱਬ ਦੀ ਪ੍ਰਾਪਤੀ ਦੇ ਵਾਸਤੇ ਕਈ ਤੇ ਉਹ ਸਨ ਜਿਹੜੇ ਉਹਦੇ ਨਾਮ ਰੰਗ ਵਿੱਚ ਰੰਗੇ ਗਏ ਸਨ ਪਰਮਾਤਮਾ ਦੀ ਪ੍ਰਾਪਤੀ ਲਈ, ਜਿਵੇਂ ਭਾਈ ਲਾਲੋ ਵਰਗੇ ਸਨ। ਕਈ ਉਹ ਨੇ ਜਿਹੜੇ ਨਾਮ ਰੰਗ ਵਿੱਚ ਰੰਗੇ ਸਨ, ਕਈ ਉਹ ਸਨ ਜਿਹੜੇ ਪਰਮਾਤਮਾ ਨੂੰ ਪਾਉਣਾ ਤੇ ਚਾਹੁੰਦੇ ਨੇ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ, ਪਰਮਾਤਮਾ ਨੂੰ ਜਿਵੇਂ ਅੱਜ ਆਖਿਆ ਯਤਨ ਤੇ ਕਰ ਰਹੇ ਨੇ ਕਿ ਪਰਮਾਤਮਾ ਨੂੰ ਮਿਲਣ ਦੇ ਯਤਨ ਤੇ ਕਰ ਰਹੇ ਨੇ, ਪਰ ਯਤਨ ਉਹ ਹਨ ਜਿਨ੍ਹਾਂ ਯਤਨਾਂ ਦੇ ਨਾਲ ਉਹਨੇ ਮਿਲਣਾ ਨਹੀਂ, ਉਹਨੇ ਦੂਰ ਜ਼ਰੂਰ ਹੋ ਜਾਣਾ। ਫਿਰ ਸਮਝਿਓ, ਇਹ ਵੀ ਪਰਮਾਤਮਾ ਨੂੰ ਮਿਲਣ ਦਾ ਹੀ ਯਤਨ ਸੀ ਨਾ, ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ।
ਇਹ ਵੀ ਪ੍ਰਮਾਤਮਾ ਦੇ ਵਾਸਤੇ ਹੀ ਕੀਤਾ ਜਾ ਰਿਹਾ ਸੀ ਨਾ ਕਿ ਮੈਨੂੰ ਰੱਬ ਮਿਲ ਜਾਏ, ਕਿਤੇ ਉਹਦੀ ਪ੍ਰਾਪਤੀ ਹੋ ਜਾਏ। ਪਰ ਗੁਰਮਤਿ ਦਾ ਸਿਧਾਂਤ ਕਹਿੰਦਾ ਇਸ ਤਰ੍ਹਾਂ ਰੱਬ ਨਹੀਂ ਮਿਲਦਾ। ਗੁਰਮਤਿ ਕਹਿ ਰਹੀ ਹੈ ਘਰ ਛੱਡਿਆ ਨਹੀਂ। ਇਹ ਮੈਂ ਤਾਂ ਬੇਨਤੀ ਕਰ ਰਿਹਾ ਕਿ ਮਨ ਦੇ ਅੰਦਰਲੀ ਭਾਵਨਾ ਉਹਨਾਂ ਦੀ ਵੀ ਪ੍ਰਮਾਤਮਾ ਦੀ ਪ੍ਰਾਪਤੀ ਲਈ ਜਿਹੜੇ ਜੰਗਲਾਂ ਵਿੱਚ ਜਾ ਕੇ ਬੈਠ ਗਏ, ਜਿਨ੍ਹਾਂ ਪਹਾੜਾਂ ਦੀਆਂ ਕੰਦਰਾਂ, ਪਹਾੜਾਂ ਦੀਆਂ ਗੁਫਾਵਾਂ ਜਾ ਕੇ ਮੱਲ ਲਈਆਂ, ਘਰ-ਬਾਰ ਸਭ ਕੁਝ ਛੱਡ ਦਿੱਤਾ ਹੈ ਤੇ ਸਭ ਕੁਝ ਪ੍ਰਮਾਤਮਾ ਦੀ ਪ੍ਰਾਪਤੀ ਲਈ ਹੈ। ਭਾਵੇਂ ਜੈਨ ਮਤ ਵਾਲੇ, ਭਾਵੇਂ ਬੁੱਧ ਮਤ ਵਾਲੇ, ਗੁਰੂ ਨਾਨਕ ਸਾਹਿਬ ਨੇ ਬਚਨ ਬੜੇ ਕਮਾਲ ਦਾ ਕਿਹਾ ਹੈ। ਕਿਉਂਕਿ ਸਾਡੇ ਕਈ ਵਿਦਵਾਨ ਇਹ ਉਦਾਹਰਨਾਂ ਨਹੀਂ ਦਿੰਦੇ ਜੀ, ਉਹ ਕੀ ਕਹਿਣਗੇ, ਪਰ ਜੇ ਬਾਬੇ ਨਾਨਕ ਨੇ ਕਹਿ ਦਿੱਤਾ ਤੇ ਫਿਰ ਕਾਹਦਾ ਡਰ ਹੈ। ਕਹਿੰਦੇ ਤੂੰ ਘਰ-ਬਾਰ ਛੱਡ ਕੇ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ, ਜਿਹੜਾ ਜੈਨ ਮਤ ਹੈ ਨਾ, ਜੈਨ ਮਤ, ਇੱਕ ਬੁੱਧ ਮਤ ਹੈ, ਇੱਕ ਜੈਨ ਮਤ ਹੈ, ਧਰਮ ਨਹੀਂ, ਇਹ ਮਤ ਨੇ ਦੋਨੋਂ। ਇਹਦੇ ਅੰਦਰ ਜਦੋਂ ਤੁਸੀਂ ਜੈਨ ਮਤ ਨੂੰ ਧਾਰਨ ਕਰੋਗੇ ਨਾ ਤੇ ਸਿਰ ਦੇ ਕੇਸ ਇੱਕ ਇੱਕ ਕਰਕੇ ਪੱਟੇ ਜਾਂਦੇ ਨੇ, ਇੱਕ ਇੱਕ ਕਰਕੇ, ਇੱਕ ਇੱਕ ਕਰਕੇ ਕੇਸ ਪੱਟਿਆ ਜਾਂਦਾ ਹੈ। ਮੂੰਹ ਤੇ ਕੱਪੜਾ ਬੰਨਣਾ ਹੈ ਕਿ ਅੰਦਰ ਕੋਈ ਜੀਵ ਨਾ ਚਲਾ ਜਾਏ, ਉਹਦੀ ਮੌਤ ਨਾ ਹੋ ਜਾਏ, ਜੀਵ ਹੱਤਿਆ ਨਾ ਹੋ ਜਾਏ। ਪਾਣੀ ਪੀਣਾ ਛੱਡ ਦਿੰਦੇ ਨੇ, ਨਹਾਉਣਾ ਛੱਡ ਦਿੰਦੇ ਨੇ, ਨਹਾਉਣਾ ਛੱਡ ਦਿੰਦੇ ਨੇ। ਇਹ ਮੈਂ ਤਾਂ ਬੇਨਤੀ ਵਾਰ-ਵਾਰ ਮੇਰੀ ਗੱਲ ਨੂੰ ਸਮਝਿਓ, ਇਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਇਹ ਸਮਝਿਆ ਕਿ ਇਹਦੇ ਨਾਲ ਰੱਬ ਮਿਲ ਜਾਏਗਾ, ਪ੍ਰਮਾਤਮਾ ਮਿਲ ਜਾਏਗਾ, ਜੀਵਨ ਉੱਚਾ ਹੋ ਜਾਏਗਾ। ਨਹਾਉਣਾ ਛੱਡ ਦੇਣਾ ਕਿ ਜੇ ਨਹਾਵਾਂਗੇ ਤੇ ਜਿਹੜੇ ਸਰੀਰ ਤੇ ਕਿਰਮ ਨੇ ਉਹ ਮਰ ਜਾਣਗੇ ਤੇ ਪਾਪ ਲੱਗੇਗਾ, ਪਾਪ ਪੁੰਨ ਵਾਲੇ ਪਾਸੇ ਆ ਗਏ। ਵੇਖੋ ਇੱਥੋਂ ਤੱਕ ਹਾਲਾਤ ਬਣ ਗਏ, ਹਾਲਤ ਬਣ ਗਈ। ਗੁਰੂ ਨਾਨਕ ਸਾਹਿਬ ਨੇ ਪੰਕਤੀ ਕਹੀ, ਮੈਂ ਕਹਿ ਕੇ ਅਰਥ ਕਰਾਂ ਤੁਸੀਂ ਹੈਰਾਨ ਰਹਿ ਜਾਓਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਕਹਿੰਦੇ ਫੋਲ ਫਦੀਹਤ ਮੋਹ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਫੋਲ ਫਦੀਹਤ ਦਾ ਅਰਥ ਪਤਾ ਕੀ ਹੈ? ਕਹਿੰਦੇ ਜਦੋਂ ਜੰਗਲ ਪਾਣੀ ਜਾਂਦੇ ਨੇ ਨਾ ਸਵੇਰੇ, ਜਦੋਂ ਮਲ ਤਿਆਗਣ ਲੈਟਰਿਨ ਜਾਂਦੇ ਨੇ ਤੇ ਮਲ ਤਿਆਗਣ ਤੋਂ ਬਾਅਦ ਇੱਕ ਡੱਕਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਫਰੋਲਦੇ ਨੇ ਕਿ ਇਹਦੇ ਅੰਦਰ ਕਿਤੇ ਕੀੜੇ ਨਾ ਪੈਦਾ ਹੋ ਜਾਣ, ਕਿਰਮ ਨਾ ਪੈਦਾ ਹੋ ਜਾਣ। ਗੁਰੂ ਸਾਹਿਬ ਕਹਿੰਦੇ ਆਪਣਾ ਮਲ ਆਪ ਫਰੋਲ ਫਰੋਲ ਕੇ ਉਹਦੀ ਬਦਬੂ ਸੁੰਘਦੇ ਪਏ ਨੇ, ਇਦਾਂ ਰੱਬ ਥੋੜੀ ਮਿਲ ਜਾਣਾ। ਵੇਖੋ ਇਹ ਥੋੜਾ ਜਿਹਾ ਸੋਚਣਾ ਪਏਗਾ ਸਾਨੂੰ, ਕਿਉਂਕਿ ਅੱਜ ਦਾ ਜਿਹੜਾ ਸ਼ਬਦ ਹੈ ਨਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਤੈਨੂੰ ਲੱਭਣ ਲਈ ਬੜੇ ਬੜੇ ਯਤਨ ਕੀਤੇ, ਕੋਈ ਇੱਕ ਦੋ ਨਹੀਂ, ਬੜੇ ਯਤਨ ਕੀਤੇ ਤੈਨੂੰ ਲੱਭਣ ਦੇ ਵਾਸਤੇ। ਪਰ ਉਹ ਜਿਹੜੇ ਯਤਨ ਨੇ ਨਾ, ਹੈ ਤੇ ਉਹਨੂੰ ਪ੍ਰਾਪਤ ਕਰਨ ਲਈ ਯਤਨ, ਪਰ ਉਹ ਯਤਨ ਜਿਹੜੇ ਆ ਉਹਦੇ ਨਾਲ ਉਹਨੇ ਮਿਲਣਾ ਨਹੀਂ, ਉਹ ਕੰਮ ਗਲਤ ਹੋ ਗਿਆ। ਕਹਿੰਦੇ ਜੀ ਨੰਗੇ ਪੈਰੀ ਚੱਲਣਾ। ਕਿਉਂ ਨੰਗੇ ਪੈਰੀ ਚੱਲਣਾ ਹੈ? ਜੇ ਪੈਰ ਵਿੱਚ ਜੋੜਾ ਨਹੀਂ ਪਾਉਣਾ, ਚੱਪਲ ਨਹੀਂ ਪਾਉਣੀ, ਕੋਈ ਪੈਰ ਥੱਲੇ ਆ ਕੇ ਜੀਵ ਚੱਪਲ ਥੱਲੇ ਆ ਕੇ ਮਰ ਨਾ ਜਾਵੇ। ਉਹਨਾਂ ਨੂੰ ਕੌਣ ਸਮਝਾਵੇ ਕਿ ਜੀਵ ਪੈਰ ਚੱਪਲ ਥੱਲੇ ਆ ਕੇ ਨਹੀਂ ਮਰਦਾ, ਉਹ ਚੱਪਲ ਦੇ ਭਾਰ ਨਾਲ ਨਹੀਂ ਮਰੇਗਾ, ਉਹ ਸਾਡੇ ਸਰੀਰ ਦੇ ਭਾਰ ਨਾਲ ਮਰਦਾ ਹੈ। ਪੈਰ ਥੱਲੇ ਆ ਕੇ ਸਾਡੇ ਸਰੀਰ ਦੇ ਵਜਨ ਨਾਲ, ਚੱਪਲ ਪਾਈ ਜਾਂ ਨਾ ਪਾਈ, ਵਜਨ ਦੇ ਥੱਲੇ ਬਹਿਣਾ ਹੀ ਪੈਣਾ। ਕੌਣ ਸਮਝਾਵੇ? ਸੂਤ ਦਾ ਝਾੜੂ ਨਾਲ ਉਹ ਅੱਗੇ ਅੱਗੇ ਫੇਰਦੇ ਜਾਂਦੇ ਨੇ। ਕਹਿਣ ਦਾ ਭਾਵ ਇਹ ਆ ਕਿ ਪ੍ਰਮਾਤਮਾ ਨੂੰ ਪਾਉਣ ਲਈ ਜਿਹੜੇ ਰਸਤੇ ਲੱਭ ਲਏ ਨਾ, ਉਹਨਾਂ ਨਾਲ ਪ੍ਰਮਾਤਮਾ ਦੂਰ ਹੋ ਗਿਆ, ਹੋਰ ਦੂਰ ਚਲਾ ਗਿਆ, ਹੋਰ ਪਾਸੇ ਚਲਾ ਗਿਆ ਪ੍ਰਮਾਤਮਾ। ਇਹ ਦੇਹੀ ਦਿੱਤੀ ਉਹਨੇ ਕਿ ਇਸ ਦੇਹੀ, ਗੁਰੂ ਸਾਹਿਬ ਨੇ ਕੀ ਕਿਹਾ ਪਾਣੀ ਵਿੱਚ? ਕਹਿੰਦੇ ਤਿਸ ਦੇਹੀ ਕੋ ਸਿਮਰੈ ਦੇਵ। ਆ ਜਿਹੜਾ ਸਰੀਰ ਸਾਨੂੰ ਮਿਲਿਆ ਹੈ ਨਾ, ਇਸ ਸਰੀਰ ਨੂੰ ਦੇਵਤੇ ਵੀ ਲੋਚਦੇ ਨੇ। ਕਿਉਂ? ਕਿਉਂਕਿ ਇਸੇ ਸਰੀਰ ਵਿੱਚ ਪ੍ਰਮਾਤਮਾ ਮਿਲ ਸਕਦਾ ਹੈ। ਸਾ ਦੇਹੀ ਭਜ ਹਰ ਕੀ ਸੇਵ। ਇਸੇ ਦੇਹੀ ਵਿੱਚ ਭਜਿਆ ਜਾਏਗਾ, ਜਪਿਆ ਜਾਏਗਾ, ਪ੍ਰਮਾਤਮਾ ਦੀ ਬੰਦਗੀ ਕੀਤੀ ਜਾਏਗੀ ਇਸੇ ਦੇਹੀ ਵਿੱਚ। ਉਹ ਤੇ ਆਪਣੇ ਚੰਗੇ ਕਰਮ ਭੋਗ ਰਹੇ ਨੇ, ਜਦੋਂ ਖਤਮ ਹੋ ਗਏ ਉਦੋਂ ਫਤਿਹ, ਬਸ ਫਲ ਖਤਮ ਹੋ ਜਾਣਾ। ਫਿਰ ਜੇ ਸਰੀਰ ਮਿਲਿਆ ਤੇ ਇਹਦੀ ਸੰਭਾਲ ਕਰੀਏ ਨਾ। ਇਹ ਨਾ ਨਹਾਉਣ ਨਾਲ, ਨਾ ਗੁਰੂ ਸਾਹਿਬ ਨੇ ਆਖਿਆ ਵਾਰ-ਵਾਰ ਨਹਾਉਣ ਨਾਲ ਰੱਬ ਮਿਲਣਾ ਹੈ, ਤੇ ਨਾ ਬਿਲਕੁਲ ਨਹਾਉਣ ਨਾਲ ਰੱਬ ਮਿਲਣਾ ਹੈ। ਇਹ ਨਹੀਂ ਗੱਲ ਕਿ ਵਾਰ-ਵਾਰ ਨਹਾਉਣ ਨਾਲ ਰੱਬ ਨਹੀਂ ਮਿਲਣਾ ਜਾਂ ਬਿਲਕੁਲ ਨਹਾਉਣ ਨਾਲ। ਇਹ ਤਾਂ ਸਰੀਰ ਹੈ, ਇਹ ਸਾਫ਼ ਰਹੇਗਾ, ਸਾਫ਼ ਸਰੀਰ ਹੋਏਗਾ ਤੇ ਦਿਮਾਗ ਵੀ ਸਾਫ਼ ਹੋਏਗਾ, ਸਰੀਰ ਧੋਤਾ ਹੋਏਗਾ। ਪਰ ਇਹ ਨਹੀਂ ਕਿ ਵਾਰ-ਵਾਰ ਚੁੱਭੀਆਂ ਹੀ ਲਾਈ ਜਾਣੀਆਂ, ਰੱਬ ਉਹਦੇ ਨਾਲ ਵੀ ਨਹੀਂ ਮਿਲਣਾ। ਜਲ ਕੇ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਗੁਰੂ ਸਾਹਿਬ ਨੇ ਵੀ ਆਖਿਆ। ਗੱਤ ਦਾ ਅਰਥ ਇੱਥੇ ਸਪੀਡ ਨਹੀਂ, ਜੇ ਗੱਤ ਦਾ ਅਰਥ ਇੱਥੇ ਮੁਕਤੀ ਹੈ। ਜਲ ਕੇ ਮੱਜਣ ਜੇ, ਜਲ ਵਿੱਚ ਨਹਾਉਣ ਦੇ ਨਾਲ ਜੇ ਮੁਕਤੀ ਮਿਲਦੀ
ਉਹ ਸਾਡਾ ਇੱਕ ਭਲਾ ਪੁਰਸ਼ ਕਹਿੰਦਾ ਜੀ ਜਲ ਵਿੱਚ ਨਹਾਉਣ ਨਾਲ ਜੇ ਸਪੀਡ ਬਣਦੀ ਤੇ ਡੱਡੂ ਸਾਇੰਟਿਸਟ ਬਣ ਜਾਣਾ ਸੀ। ਕਮਾਲ ਹੈ ਦੱਸ। ਜਲ ਕੇ ਮੱਜਣ ਜੇ ਗੱਤ ਹੋਵੇ ਮੁਕਤੀ ਮਿਲਦੀ ਤੇ ਨਿਤ ਨਿਤ ਮੇਂਢਕ ਨਹਾਵੇ। ਗੁਰੂ ਸਾਹਿਬ ਕਹਿੰਦੇ ਉਹ ਤੇ ਨਿਤ ਨਿਤ ਡੱਡੂ ਨਹਾਉਂਦਾ ਹੈ। ਹੁਣ ਠੀਕ ਹੈ, ਜੇ ਜਲ ਵਿੱਚ ਨਹਾਉਣ ਨਾਲ ਸਪੀਡ ਮਿਲਦੀ, ਡੱਡੂ ਸਾਇੰਟਿਸਟ ਬਣ ਜਾਂਦਾ, ਤੇ ਅਗਲੀ ਪੰਕਤੀ ਦਾ ਕੀ ਕਰੋਗੇ? ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੂਨੀ ਪਾਵੇ। ਜਿਵੇਂ ਡੱਡੂ ਨਹਾ ਕੇ ਬਾਹਰ ਨਿਕਲਦਾ, ਉਹ ਜਿਹੇ ਉਹ ਇਨਸਾਨ ਜਿਹੜੇ ਵਾਰ-ਵਾਰ ਨਹਾਉਂਦੇ ਨੇ ਤੇ ਜਿਹੜੇ ਬਿਲਕੁਲ ਨਹੀਂ ਨਹਾਉਂਦੇ, ਉਹਨਾਂ ਦਾ ਜ਼ਿਕਰ ਵੀ ਗੁਰੂ ਸਾਹਿਬ ਨੇ ਕਰ ਦਿੱਤਾ। ਇਹ ਤਰੀਕਿਆਂ ਦੇ ਨਾਲ ਪਰਮਾਤਮਾ ਨਹੀਂ ਜੀ ਮਿਲਦਾ ਹੈ, ਉਹਨੂੰ ਪਾਉਣ ਦੇ ਵਾਸਤੇ ਹੀ ਨੇ। ਫਿਰ ਸਮਝਿਓ, ਯਤਨ ਉਹ ਵੀ ਕਰ ਰਹੇ ਨੇ ਪਰਮਾਤਮਾ ਨੂੰ ਪਾਉਣ ਦੇ ਵਾਸਤੇ, ਪਰ ਜਿਹੜੇ ਤਰੀਕੇ ਲੱਭ ਲਏ ਉਹ ਰੌਂਗ ਹੋ ਗਏ। ਉਹ ਪਰਮਾਤਮਾ ਦੇ ਨੇੜੇ ਨਹੀਂ, ਸਗੋਂ ਪਰਮਾਤਮਾ ਤੋਂ ਹੋਰ ਦੂਰ ਲੈ ਕੇ ਚਲੇ ਗਏ। ਸਿੱਧ ਸਮਾਧ ਸਾਧ ਕਰ ਹਾਰੇ, ਅੱਜ ਗੁਰੂ ਸਾਹਿਬ ਨੇ ਆਖਿਆ ਹਾਰ ਗਏ ਵਿਚਾਰੇ। ਸਿੱਧ ਸਮਾਧੀਆਂ ਲਾ ਕੇ ਹਾਰ ਗਏ। ਸਮਾਧੀਆਂ, ਜਦ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਸ਼੍ਰੀ ਰਾਗ ਦੀ ਆਰੰਭਤਾ ਹੋਈ ਨਾ, ਪਹਿਲਾ ਸ਼ਬਦ ਉੱਥੇ ਗੁਰੂ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਸਿੱਧ ਹੋਵਾਂ ਤੇ ਮੇਰੇ ਅੰਦਰ ਇੰਨੀਆਂ ਕੁ ਤਾਕਤਾਂ ਆ ਜਾਣ, ਇੰਨੀਆਂ ਕੁ ਤਾਕਤਾਂ, ਕਦੇ ਗੁਪਤ ਹੋ ਜਾਵਾਂ, ਕਦੇ ਪ੍ਰਗਟ ਹੋ ਜਾਵਾਂ, ਵੀ ਖੜਾ ਲੋਕਾਂ ਦੇ ਸਾਹਮਣੇ ਅਲੋਪ ਹੋ ਜਾਵਾਂ। ਇੰਨੀਆਂ ਤਾਕਤਾਂ ਮੇਰੇ ਕੋਲ ਆ ਜਾਣ, ਫਿਰ ਲੋਕਾਂ ਦੇ ਸਾਹਮਣੇ ਖੜਾ ਇੱਕ ਪਲ ਦੇ ਅੰਦਰ ਪ੍ਰਗਟ ਵੀ ਹੋ ਜਾਵਾਂ ਸਾਹਮਣੇ। ਪਰ ਕਹਿੰਦੇ ਕੀ ਫਾਇਦਾ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਸੁਣਾਈ ਸੀ, ਇਹ ਸਾਖੀ ਸੁਣਾਈ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਇਆ, ਕਹਿੰਦਾ ਜੀ ਮੈਂ ਪਾਣੀ ਤੇ ਤੁਰਨਾ ਜਾਣਦਾ। ਗੁਰੂ ਸਾਹਿਬ ਬੇੜੀ 'ਚ ਬਿਠਾ ਗਏ, ਇੱਕ ਧੇਲਾ ਦਿੱਤਾ ਗੁਰੂ ਸਾਹਿਬ ਨੇ ਮਲਾਹ ਨੂੰ। ਕਹਿੰਦੇ ਭਲਿਆ, ਜਿਹੜਾ ਕੰਮ ਇੱਕ ਧੇਲੇ ਨਾਲ ਹੋ ਜਾਣਾ, ਤੂੰ 25 ਸਾਲ ਜ਼ਿੰਦਗੀ ਦੇ ਗੁਜ਼ਾਰ ਦਿੱਤੇ। 25 ਸਾਲ। ਇੱਕ ਕਿਤਾਬ ਹੈ ਹਿਮਾਲਿਆ ਦੇ ਸੰਤਾਂ ਸੰਗ ਨਿਵਾਸ, ਸਵਾਮੀ ਰਾਮ ਜੀ ਦੀ, ਕਿਤੇ ਸਮਾਂ ਮਿਲੇ ਪੜ੍ਹਿਓ ਜ਼ਰੂਰ। ਉਸ ਸਮੇਂ ਦੀ ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ ਇਹ ਬੁੱਕ ਸੀ, ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ। ਇਹਦਾ ਪੰਜਾਬੀ ਵਿੱਚ ਅਨੁਵਾਦ, ਪੰਜਾਬੀ 'ਚ ਤਰਜਮਾ ਕੀਤਾ ਰਤਵਾੜਾ ਸਾਹਿਬ ਵਾਲਿਆਂ ਨੇ। ਮਿਲਦਾ ਬੜਾ ਆਰਾਮ ਨਾਲ ਮਿਲ ਜਾਂਦਾ ਹੈ, ਹਿਮਾਲਿਆ ਦੇ ਸੰਤਾਂ ਸੰਗ ਨਿਵਾਸ। ਉਹਨੇ ਸਵਾਮੀ ਉਹ ਹੁੰਦੇ ਨੇ, ਜਦੋਂ ਰਿਸ਼ੀਕੇਸ਼ ਵਾਲੇ ਪਾਸੇ ਜਾਈਏ ਨਾ, ਤੇ ਭਗਵੀਂ ਧੋਤੀ ਉਹਨਾਂ ਬੰਨੀ ਹੁੰਦੀ ਤੇ ਹੱਥ ਵਿੱਚ ਛਤਰੀ ਹਮੇਸ਼ਾ ਹੀ ਹੁੰਦੀ ਉਹਨਾਂ ਦੇ, ਉਹ ਸਵਾਮੀ ਹੁੰਦੇ ਨੇ। ਸਵਾਮੀ ਰਾਮ ਜੀ ਨਾਮ ਸੀ। ਮੇਰੇ ਖਿਆਲ ਆਜ਼ਾਦੀ ਤੋਂ ਪਹਿਲਾਂ ਇੱਕ ਫੋਟੋ ਬੜੀ ਮਸ਼ਹੂਰ ਹੋਈ ਸੀ ਅਖਬਾਰਾਂ ਦੇ ਵਿੱਚ। ਇੱਕ ਸਾਧ ਚੌਂਕੜਾ ਮਾਰ ਕੇ ਬੈਠਾ ਆ, ਭਗਵੇਂ ਕੱਪੜੇ ਪਾਏ, ਨਦੀ ਦੇ ਕੰਢੇ ਤੇ ਚੌਂਕੜਾ ਮਾਰ ਕੇ ਬੈਠਾ। ਦੁਨੀਆ ਦੇ ਸਾਰੇ ਅਖਬਾਰਾਂ ਵਿੱਚ ਛਪੀ ਸੀ ਫੋਟੋ। ਇੱਕ ਸਾਧ ਚੌਂਕੜਾ ਮਾਰ ਕੇ ਬੈਠਾ ਏ ਤੇ ਉਹਦੇ ਆਸੇ-ਪਾਸੇ 25-30 ਕ੍ਰੋਕੋਡਾਈਲ ਬੈਠੇ ਹੋਏ ਨੇ। 25-30 ਮਗਰਮੱਛ, ਉਹ ਵਿਚਕਾਰ ਅਡੋਲ ਚੌਂਕੜਾ ਮਾਰ ਕੇ ਬੈਠਾ ਹੈ। ਇਹ ਉਹ ਸਵਾਮੀ ਰਾਮ ਦੀ ਫੋਟੋ ਸੀ ਉਹਦੀ। ਉਹਨੇ ਲਿਖਿਆ ਆਪਣੇ ਜੀਵਨ ਦੇ ਅੰਦਰ, ਕਹਿੰਦਾ ਮੈਂ ਵੀ ਬੜਾ ਚਿਰ ਭਟਕਿਆ, ਬੜਾ ਚਿਰ, ਕਦੇ ਪਹਾੜਾਂ ਹਿਮਾਲਿਆ ਚੜ ਗਿਆ, ਪਹਾੜਾਂ ਦੀਆਂ ਗੁਫਾਵਾਂ ਵੱਲ, ਪਰ ਕਹਿੰਦਾ ਜਿਹੜਾ ਮੇਰਾ ਗੁਰੂ ਸੀ ਨਾ, ਉਹ ਮੈਨੂੰ ਵਾਰ-ਵਾਰ ਕਹਿੰਦਾ ਸੀ ਜੇ ਰੱਬ ਮਿਲਣਾ ਹੈ ਤੇ ਇਹਨਾਂ ਪਹਾੜਾਂ ਵਿੱਚ ਲੁਕਿਆ ਨਹੀਂ ਮਿਲਣਾ। ਕਹਿੰਦਾ ਮੈਨੂੰ ਵੀ ਸਮਝ ਆਈ, ਬੜੇ ਇਹੋ ਜਿਹੇ ਮੈਨੂੰ ਮਿਲੇ, ਬੜੇ ਇਹੋ ਜਿਹੇ, ਕਈ ਮੂੰਹ ਚੋਂ ਅੱਗ ਕੱਢਦੇ ਸਨ ਜੀ, ਅਸੀਂ ਸਾਰੀ ਜ਼ਿੰਦਗੀ ਲਾਤੀ, ਅੱਗ ਕੱਢਣਾ ਸਿੱਖ ਲਿਆ। ਕਹਿੰਦਾ ਮੈਂ ਹੱਸਦਾ ਸਾਂ ਉਹਨਾਂ ਨੂੰ ਵੇਖ ਕੇ ਕਿ ਸਾਰੀ ਜ਼ਿੰਦਗੀ ਜੇ ਮੂੰਹ ਚੋਂ ਅੱਗ ਕੱਢਣੀ, ਅੱਗ ਤੇ ਅੰਦਰ ਹੀ ਬੜੀ ਹੈ ਵਿਕਾਰਾਂ ਦੀ, ਉਹਦੇ ਅੱਗੇ ਭਾਂਬੜ ਅੰਦਰ ਮੱਚਦੇ ਫਿਰਦੇ ਨੇ। ਜੇ ਸਾਰੀ ਜ਼ਿੰਦਗੀ ਇਹ ਕੁਝ ਸਿੱਖਣ ਤੇ ਲਾ ਲਿਆ ਤੇ ਰੱਬ ਦੀ ਪ੍ਰਾਪਤੀ ਵਾਲੇ ਪਾਸੇ ਤੇ ਆਏ, ਅਸੀਂ ਭਟਕ ਗਏ। ਅੱਜ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਨੇ ਨਾ, ਅੱਜ ਗੁਰੂ ਸਾਹਿਬ ਨੇ ਆਖਿਆ ਭਲਿਓ, ਸਿੱਧ ਸਮਾਧ ਸਾਧ ਕਰ ਹਾਰੇ। ਉਹਨੂੰ ਲੱਭਣ ਵਾਸਤੇ, ਉਹਨੂੰ ਪ੍ਰਾਪਤ ਕਰਨ ਵਾਸਤੇ ਬੜੇ ਸਿੱਧ ਜਿਹੜੇ ਨੇ ਸਮਾਧੀਆਂ ਲਾ ਕੇ ਹਾਰ ਗਏ। ਕਿਉਂ? ਉਹਨਾਂ ਦੇਖਣ ਪਾਏ ਪਰ ਫਿਰ ਵੀ ਉਹਨੂੰ ਦੇਖ ਨਹੀਂ ਪਾਏ, ਮਿਲ ਨਹੀਂ ਪਾਏ, ਲੱਭ ਨਹੀਂ ਸਕੇ ਉਸ ਪਰਮਾਤਮਾ ਨੂੰ। ਉਹ ਮਨੁੱਖ ਰੂਪ ਨਹੀਂ ਹੈ ਪਰਮਾਤਮਾ, ਸੋ ਕਿ ਮਾਨਸ ਰੂਪ ਕਹਾਏ। ਬੈਠਾ ਮਨੁੱਖਾਂ ਦੇ ਅੰਦਰ ਵੀ ਹੈ, ਬੈਠਾ ਸਾਡੇ ਅੰਦਰ ਵੀ ਹੈ, ਪਰ ਬਾਦਸ਼ਾਹ ਕਹਿੰਦੇ ਨਹੀਂ ਭਲਿਆ, ਉਹ ਸੋ ਕਿ ਮਾਨਸ ਰੂਪ ਕਹਾਏ। ਸਿੱਧ ਸਮਾਧ ਸਾਧ ਕਰ ਹਾਰੇ। ਸਮਾਧੀਆਂ ਲਾ ਕੇ ਹਾਰ ਗਏ। ਕਿਉਂ? ਉਹਨਾਂ ਦੇਖਣ ਪਾਏ, ਉਹਨੂੰ ਨਹੀਂ ਵੇਖ ਸਕੇ, ਨਹੀਂ ਲੱਭ ਸਕੇ। ਰਹਾਓ ਵਿਸ਼ਰਾਮ ਦੇ ਕੇ ਮੇਰੇ ਪਾਤਸ਼ਾਹ ਨੇ ਫਿਰ ਆਖਿਆ ਨਾਰਦ,
व्यास ऋषि, नारद मुनि, व्यास पराशर ध्रुव से, पराशर वर्गे ऋषि, ध्रुव वर्गे ਧਿਆਵਤ ਧਿਆਨ ਲਗਾਏ। ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰੇ ਉਸ ਪਰਮਾਤਮਾ ਨੂੰ ਧਿਆਨ ਲਾ ਲਾ ਕੇ ਧਿਆਉਂਦੇ ਰਹੇ। ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਕਰਕੇ। ਕਹਿੰਦੇ ਸੱਚੇ ਪਾਤਸ਼ਾਹ ਕਹਿ ਰਹੇ ਨੇ ਨਾਰਦ ਹੈ, ਵਿਆਸ ਹੈ, ਪਰਾਸ਼ਰ ਹੈ, ਧਰੂ ਹੈ, ਧਿਆਵਤ ਧਿਆਨ ਲਗਾਏ। ਕਹਿੰਦੇ ਵੇਦ ਪੁਰਾਣ ਹਾਰ ਹੱਠ ਛਾੜਿਓ ਤਦਪ ਧਿਆਨ ਆਏ। ਕਹਿੰਦੇ ਵੇਦਾਂ ਨੇ ਪੁਰਾਣਾਂ ਨੇ, ਜਦੋਂ ਕਿਤੇ ਵੇਦ ਪੁਰਾਣ ਪੜ੍ਹਦੇ ਆ ਨਾ, ਵੇਦਾਂ ਨੂੰ ਕਿਤੇ ਪੜ੍ਹਨ ਦਾ ਮੌਕਾ ਮਿਲੇ, ਵੇਦਾਂ ਦੇ ਅੰਦਰ ਪਰਮਾਤਮਾ ਬਾਰੇ ਦੱਸਿਆ ਗਿਆ ਹੈ। ਪਰਮਾਤਮਾ ਇਹੋ ਜਿਹਾ ਹੈ, ਪਰਮਾਤਮਾ ਇਹੋ ਜਿਹਾ ਹੈ, ਫਿਰ ਦੱਸਿਆ ਪਰਮਾਤਮਾ ਇਹੋ ਜਿਹਾ ਹੈ। ਤੇ ਵੇਦਾਂ ਦੇ ਅਖੀਰ ਤੇ ਜਾ ਕੇ ਨੇਤ ਨਾ ਇਤੀ ਸ਼ਬਦ ਲਿਖਿਆ, ਨਾ ਇਤੀ, ਜਿਹਨੂੰ ਨੇਤ ਨੇਤ ਗੁਰਬਾਣੀ ਨੇ ਕਿਹਾ, ਨੇਤ ਨੇਤ ਬਨ ਤ੍ਰਿਣ ਕਹਿਤ। ਪਹਿਲਾਂ ਵੇਦਾਂ ਨੇ ਲਿਖ ਦਿੱਤਾ ਪਰਮਾਤਮਾ ਇਹੋ ਜਿਹਾ, ਪਰਮਾਤਮਾ ਇਹੋ ਜਿਹਾ, ਪਰ ਅਖੀਰ ਤੇ ਲਿਖ ਦਿੱਤਾ ਨਾ ਇਤੀ। ਇਹਦਾ ਭਾਵ ਇਹ ਸੀ ਕਿ ਜਿਹੋ ਜਿਹਾ ਅਸੀਂ ਪਰਮਾਤਮਾ ਨੂੰ ਬਿਆਨ ਕਰਕੇ ਆਏ ਆ, ਭਾਈ ਪਰਮਾਤਮਾ ਉਹੋ ਜਿਹਾ ਨਹੀਂ ਹੈ। ਇਹੀ ਗੁਰੂ ਸਾਹਿਬ ਕਹਿ ਰਹੇ ਨੇ। ਕਹਿੰਦੇ ਵੇਦ ਪੁਰਾਣ ਹਾਰ ਹੱਠ ਛਾੜਿਓ। ਵੇਦ ਪੁਰਾਣ ਵੀ ਹਾਰ ਗਏ, ਉਹਨਾਂ ਹੱਥ ਛੱਡ ਦਿੱਤਾ, ਹਾਰ ਗਏ ਵੇਦ ਪੁਰਾਣ ਵੀ ਅਸੀਂ ਵੀ ਪਰਮਾਤਮਾ ਨੂੰ ਡਿਫਾਈਨ ਨਹੀਂ ਕਰ ਸਕਦੇ, ਅਸੀਂ ਵੀ ਨਹੀਂ ਦੱਸ ਸਕਦੇ ਉਹ ਕਿਹੋ ਜਿਹਾ ਹੈ। ਤਦਬ ਧਿਆਨ ਨਾ ਆਏ, ਤੇ ਉਹਨਾਂ ਦੇ ਧਿਆਨ ਵਿੱਚ ਵੀ ਨਹੀਂ ਆਇਆ ਕਿ ਪਰਮਾਤਮਾ ਕਿਹੋ ਜਿਹਾ ਹੈ। ਗੁਰੂ ਗ੍ਰੰਥ ਸਾਹਿਬ ਨੇ ਪਰਮਾਤਮਾ ਦੇ ਵਾਸਤੇ ਇੱਕ ਸ਼ਬਦ ਵਰਤਿਆ ਹੈ ਕਿ ਸੋਹਣਾ ਨੱਕ ਜਿੰਦ ਲੰਬੜੇ ਵਾਲਾ। ਉਹਦਾ ਨੱਕ ਬੜਾ ਸੋਹਣਾ ਹੈ, ਕਹਿੰਦੇ ਪਰਮਾਤਮਾ ਦਾ। ਪਰਮਾਤਮਾ ਦੇ ਵਾਲ ਬੜੇ ਲੰਮੇ ਹਨ, ਬੜੇ ਸੋਹਣੇ ਕੇਸ਼ ਨੇ ਪਰਮਾਤਮਾ ਦੇ, ਕੇਸ਼ਾਧਾਰੀ ਹੈ। ਇੱਕ ਪਾਸੇ ਕਹਿ ਦਿੱਤਾ ਪਰਮਾਤਮਾ ਨੂੰ ਸੋਹਣਾ ਨੱਕ ਜਿੰਦ ਲੰਬੜੇ ਵਾਲਾ, ਤੇ ਇੱਕ ਪਾਸੇ ਕਿਉਂਕਿ ਨਿਰਗੁਣ ਸਰਗੁਣ ਸਰੂਪ ਦੀ ਗੱਲ ਆਉਂਦੀ ਨਾ ਜਦੋਂ, ਇੱਕ ਪਾਸੇ ਕਹਿ ਦਿੱਤਾ ਕਿ ਉਹਦਾ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਉਹਦਾ, ਉਹਦੇ ਬਿਨਾਂ ਰੂਪ ਤੋਂ ਹੈ, ਬਿਨਾਂ ਰੇਖ ਤੋਂ ਹੈ, ਬਿਨਾਂ ਰੰਗ ਤੋਂ ਹੈ, ਕੁਝ ਵੀ ਨਹੀਂ ਹੈ ਉਹਦਾ। ਰੂਪ ਨਾ ਰੇਖ ਨਾ ਰੰਗ ਕਿਛ। ਸਮਝੋ ਇਸ ਗੱਲ ਨੂੰ। ਸਰਗੁਣ ਤੇ ਨਿਰਗੁਣ ਸਰੂਪਾਂ ਦਾ ਜ਼ਿਕਰ ਕਰ ਰਹੇ ਨੇ। ਭਜਵੇਂ ਬਾਦਸ਼ਾਹ ਨੇ ਕਹਿ ਦਿੱਤਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਪਰ ਇਹ ਵੀ ਕਹਿ ਦਿੱਤਾ ਤਿਸੇ ਬੁਝਾਏ ਨਾਨਕਾ, ਜਿਹਨੂੰ ਉਹਨੂੰ ਪਰਮਾਤਮਾ ਨੇ ਆਪਣਾ ਆਪ ਬੁਝਾ ਦਿੱਤਾ, ਆਪਣਾ ਆਪ ਲਿਖਾ ਦਿੱਤਾ, ਆਪਣਾ ਆਪ ਸਮਝਾ ਦਿੱਤਾ, ਜਿਹਦੇ ਤੇ ਉਹ ਪ੍ਰਸੰਨ ਹੋ ਗਿਆ, ਜਿਹਦੇ ਤੇ ਕਿਰਪਾ ਹੋ ਗਈ ਨਾ, ਰਹਿਮਤ ਹੋ ਗਈ। ਜਾਂ ਜਿੰਨੇ ਕਿਰਪਾ ਹਾਸਲ ਕਰ ਲਈ ਉਸ ਪਰਮਾਤਮਾ ਦੀ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਉਹਨੂੰ ਆਪਣਾ ਆਪ ਉਹਨੇ ਜਨਾ ਦਿੱਤਾ। ਇੱਕ ਪਾਸੇ ਕਹਿ ਦਿੱਤਾ ਰੂਪ ਨਾ ਰੇਖ ਨਾ ਰੰਗ ਕਿਛ, ਨਾ ਉਹਦਾ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ। ਇੱਕ ਪਾਸੇ ਕਹਿ ਰਹੇ ਨੇ ਭਾਈ ਸੋਹਣਾ ਨੱਕ ਜਿਨ ਲੰਬੜੇ ਵਾਲਾ। ਕਿਵੇਂ ਪਰਮਾਤਮਾ ਨੂੰ ਲੱਭਾਂਗੇ ਦੱਸੋ? ਕਹਿੰਦੇ ਹਾਰ ਗਏ ਸਾਰੇ, ਫਿਰ ਵੀ ਪਰਮਾਤਮਾ ਨੂੰ ਨਹੀਂ ਸਮਝ ਸਕੇ, ਤਦਭੂ ਧਿਆਨ ਨਾ ਆਏ। ਫਿਰ ਆਖਿਆ ਦਾਨਵ। ਅਗਲੇ ਬੰਦ ਵਿੱਚ ਕਹਿੰਦੇ ਦਾਨਵ ਦੇਵ ਪਿਸ਼ਾਚ ਪ੍ਰੇਤ। ਦਾਨਵ ਰਾਖਸ਼, ਦੇਵ ਦੇਵਤੇ, ਦੋਨੋਂ ਆਪੋਜ਼ਿਟ ਨੇ ਇੱਕ ਦੂਜੇ ਦੇ, ਇਸ ਕਰਕੇ ਦੋਵਾਂ ਦਾ ਜ਼ਿਕਰ ਕਰ ਦਿੱਤਾ। ਜਿਨ੍ਹਾਂ ਨੂੰ ਲੋਕਾਂ ਨੇ ਦੇਵਤੇ ਕਹਿ ਦਿੱਤਾ ਉਹ ਵੀ ਬੜਾ ਜ਼ੋਰ ਲਾ ਕੇ ਬਹਿ ਗਏ, ਜਿਨ੍ਹਾਂ ਨੂੰ ਲੋਕਾਂ ਨੇ ਦਾਨਵ ਰਾਖਸ਼ ਕਹਿ ਦਿੱਤਾ ਫਿਰ ਕਹਿੰਦੇ ਪਿਸ਼ਾਚ, ਲਹੂ ਪੀਨੇ, ਪ੍ਰੇਤ। ਨੇਤ ਹੈ ਨੇਤ ਕਹਾਏ। ਸਾਰਿਆਂ ਨੇ ਆਖਿਆ ਪਰਮਾਤਮਾ ਨੇਤ ਹੈ, ਨੇਤ ਹੈ, ਨੇਤ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਪਰਮਾਤਮਾ ਇਹੋ ਜਿਹਾ ਨਹੀਂ ਜਿਹੋ ਜਿਹਾ, ਪਰਮਾਤਮਾ ਬਿਆਨ ਕੀਤਾ ਹੀ ਨਹੀਂ ਜਾ ਸਕਦਾ, ਪਰਮਾਤਮਾ ਲਿਖਿਆ ਨਹੀਂ ਜਾ ਸਕਦਾ। ਕਹਿੰਦੇ ਭਾਵੇਂ ਦਾਨਵ ਨੇ, ਭਾਵੇਂ ਦੇਵ ਹਨ, ਭਾਵੇਂ ਪਿਸ਼ਾਚ ਹੈ, ਭਾਵੇਂ ਪ੍ਰੇਤ ਹੈ, ਇਹਨਾਂ ਸਾਰਿਆਂ ਵੀ ਨੇਤ ਨੇਤ ਆਖਿਆ ਉਸ ਪਰਮਾਤਮਾ ਨੂੰ। ਸੂਸ਼ਮ ਤੇ ਸੂਸ਼ਮ ਕਰ ਚੀਨੇ, ਬ੍ਰਿਦਨ ਬ੍ਰਿਦ ਕਾ ਬਤਾਏ। ਸੂਸ਼ਮ ਹੁੰਦਾ ਹੈ ਸਭ ਤੋਂ ਛੋਟਾ, ਬ੍ਰਿਦਨ ਹੁੰਦਾ ਹੈ ਸਭ ਤੋਂ ਵੱਡਾ। ਦੋ ਰੂਪ। ਸੂਸ਼ਮ
ਬੜੇ ਵਿਦਵਾਨਾਂ ਨੇ ਇਹਦੇ ਬੜੇ ਬੜੇ ਅਰਥ ਕੀਤੇ ਨੇ, ਪਰ ਸੂਖਮ ਦਾ ਅਰਥ ਹੈ ਪਰਮਾਤਮਾ ਸੂਖਮ ਤੋਂ ਸੂਖਮ, ਛੋਟੇ ਤੋਂ ਛੋਟੇ, ਛੋਟੇ ਤੋਂ ਛੋਟੇ ਅਣੂ ਦੇ ਵਿੱਚ ਵੀ ਬੈਠਾ ਹੈ। ਤੇ ਬ੍ਰਿਧਨ ਬ੍ਰਿਧ, ਵੱਡੇ ਤੋਂ ਵੱਡਾ ਜੋ ਹੈ, ਜੋ ਵੀ ਵੱਡੇ ਤੋਂ ਵੱਡਾ ਮੰਨ ਲਈਏ ਉਹਦੇ ਅੰਦਰ ਵੀ ਬੈਠਾ ਹੈ। ਹਰ ਇੱਕ ਦੇ ਅੰਦਰ ਛੋਟੇ ਤੋਂ ਛੋਟਾ ਵੀ ਆਪ ਹੈ ਤੇ ਵੱਡੇ ਤੋਂ ਵੱਡਾ ਵੀ ਪਰਮਾਤਮਾ ਆਪ ਹੈ। ਅਖੀਰਲੇ ਬੰਦ ਵਿੱਚ ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਭੂਮ ਆਕਾਸ਼ ਪਤਾਲ ਸਭੈ ਸਜ। ਉਸ ਪਰਮਾਤਮਾ ਨੇ ਕੀ ਕੀਤਾ ਹੈ? ਉਹਨੇ ਭੂਮੀ ਬਣਾ ਦਿੱਤੀ, ਭੂਮੀ ਬਣਾ ਦਿੱਤੀ, ਆਕਾਸ਼, ਬ੍ਰਹਿਮੰਡ ਉੱਪਰਲਾ ਆਕਾਸ਼। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਪਰਮਾਤਮਾ ਦੀਆਂ ਰਹਿਮਤਾਂ ਜਿਨ ਬਿਨ ਥੰਮਾ ਗਗਨ ਰਹਾਇਆ। ਆਕਾਸ਼ ਬਿਨਾਂ ਥੰਮਾਂ ਤੋਂ ਖੜਾ ਹੈ, ਛੱਤ ਬਿਨਾਂ ਪਿੱਲਰ ਤੋਂ ਨਹੀਂ ਖੜ ਸਕਦੀ। ਉਹਨੇ ਪੂਰਾ ਬ੍ਰਹਿਮੰਡ, ਪੂਰਾ ਆਕਾਸ਼ ਹੀ ਬਿਨਾਂ ਕਿਸੇ ਸਤੰਭ ਤੋਂ, ਥੰਮ ਤੋਂ ਖੜਾ ਕਰ ਦਿੱਤਾ। ਅਸਲ ਵਿੱਚ ਉਹਦੀਆਂ ਰਹਿਮਤਾਂ ਦਾ ਥੰਮ ਹੈ ਉੱਥੇ। ਕਹਿੰਦੇ ਉਹਨੇ ਭੂਮ ਬਣਾਈ, ਭੂਮੀ ਧਰਤੀ। ਆਕਾਸ਼ ਪਰਮਾਤਮਾ ਨੇ ਬਣਾ ਦਿੱਤਾ, ਪਤਾਲ ਪਰਮਾਤਮਾ ਨੇ ਬਣਾ ਦਿੱਤਾ, ਸਭੈ ਸਜ। ਇਹਨਾਂ ਸਾਰਿਆਂ ਨੂੰ ਸਾਜ ਕੇ ਏਕ, ਧਿਆਨ ਨਾਲ ਸੁਣਿਓ, ਇਹਨਾਂ ਸਾਰਿਆਂ ਨੂੰ ਬਣਾ ਕੇ ਏਕ ਉਹ ਪਰਮਾਤਮਾ ਜਿਹੜਾ ਇੱਕ ਸੀ, ਅਨੇਕ ਸਦਾਏ। ਉਹਨੇ ਆਪਣੇ ਆਪ ਨੂੰ ਅਨੇਕ ਸਦਾ ਲਿਆ। ਫਿਰ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਏਕ ਸੀ, ਅਨੇਕ ਸਦਾਏ, ਅਨੇਕ ਸਦਾ ਲਿਆ ਉਹਨੇ ਆਪਣੇ ਆਪ ਨੂੰ। ਕਿਸੇ ਨੇ ਰਾਮ ਕਹਿ ਦਿੱਤਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅੱਲਾਹ, ਕੋਈ ਅੱਲਾਹ ਕਹਿ ਰਿਹਾ, ਕੋਈ ਗੁਸਾਈ, ਕੋਈ ਰਾਮ, ਕੋਈ ਕੁਛ ਨਾਮ ਲੈ ਰਿਹਾ। ਜਾਂ ਇਹਦਾ ਇੱਕ ਅਰਥ ਹੋਰ ਵੀ ਕਰਦੇ ਨੇ। ਉਹਨੇ ਧਰਤ ਭੂਮ ਆਕਾਸ਼ ਸਭ ਕੁਝ ਪਤਾਲ ਬਣਾ ਕੇ ਜਿਹੜਾ ਇੱਕ ਸੀ, ਉਹਨੇ ਸਾਰੀ ਕਾਇਨਾਤ ਨੂੰ ਸਾਜਿਆ। ਉਹਦੇ ਅੰਦਰ ਆਪ ਵੀ ਬੈਠ ਗਿਆ, ਇੱਕ ਤੋਂ ਅਨੇਕ ਹੋ ਕੇ ਬੈਠ ਗਿਆ। ਇਹਦੇ ਇਹ ਅਰਥ ਵੀ ਕਰਦੇ ਨੇ, ਇੱਕ ਤੋਂ ਅਨੇਕ ਹੋ ਗਿਆ। ਭੂਮ ਆਕਾਸ਼ ਪਤਾਲ ਸਭੈ ਸਜ, ਏਕ ਅਨੇਕ ਸਦਾਏ। ਤੇ ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਬੜੀ ਰਹਿਮਤ ਕੀਤੀ ਜੇ। ਆਖਿਆ ਸੋ ਨਰ ਕਾਲ ਫਾਸ ਤੇ ਬਾਚੇ। ਕਹਿੰਦੇ ਸਮਾਧੀਆਂ ਲਾ ਲਾ ਕੇ ਸਭ ਹਾਰ ਗਏ, ਵੇਦ ਪੁਰਾਣ ਸਭ ਹਾਰ ਗਏ, ਦੇਵ ਦਾਨਵ ਸਭ ਹਾਰ ਗਏ। ਅਸਲ ਦੇ ਅੰਦਰ ਸੋ ਨਰ ਕਾਲ ਫਾਸਤੇ ਬਾਚੇ, ਉਹੀ ਕਾਲ ਦੀ ਫਾਹੀ ਤੋਂ ਬਚ ਸਕਦਾ ਹੈ। ਬਚੇਗਾ ਕੌਣ? ਕਿਹੜੇ ਨਰ ਬਚਣਗੇ, ਕਿਹੜੇ ਇਨਸਾਨ ਬਚਣਗੇ? ਸੱਚੇ ਪਾਤਸ਼ਾਹ ਕਹਿੰਦੇ ਜੋ ਹਰ ਸ਼ਰਨ ਸਿਧਾਏ, ਜਿਹੜੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਣਗੇ। ਸਭ ਤੋਂ ਵੱਡੀ ਗੱਲ, ਜਿਨ੍ਹਾਂ ਨੇ ਉਸ ਪਰਮਾਤਮਾ ਦਾ ਆਸਰਾ ਤੱਕ ਲਿਆ, ਜਿਨ੍ਹਾਂ ਨੇ ਆਖਿਆ ਤਨ ਮਨ ਧਨ ਸਭ ਸੌਂਪ, ਜਿਹਨੇ ਸਭ ਕੁਝ ਹੀ ਸੌਂਪ ਦਿੱਤਾ ਗੁਰੂ ਨੂੰ, ਪਰਮਾਤਮਾ ਨੂੰ, ਜਿਹਨੇ ਗੱਲ ਕਹੀ ਕਿ ਮੇਰਾ ਮੁਝ ਮੈਂ ਕਿਛ ਨਹੀਂ। ਸ਼ਰਨ ਦਾ ਇਹ ਅਰਥ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਸ਼ਰਨ ਹੈ। ਜਿਹਨੇ ਆਖ ਦਿੱਤਾ ਬਾਦਸ਼ਾਹ ਹੁਣ ਮੈਂ ਤੇਰੇ ਆਸਰੇ ਹਾਂ, ਡੋਬ ਦੇਗਾ ਤਾਂ ਵੀ ਤੇਰਾ, ਤਾਰ ਲਏਗਾ ਤਾਂ ਵੀ ਤੇਰਾ, ਮੇਰਾ ਕੁਝ ਵੀ ਨਹੀਂ ਹੈ। ਸੋ ਨਰ ਕਾਲ ਫਾਸ ਤੇ ਬਾਚੇ, ਜੋ ਹਰ ਸ਼ਰਨ ਸਿਧਾਏ। ਸਿੱਧੀ ਗੱਲ ਹੈ, ਜਿਹੜੇ ਉਹਦੀ ਸ਼ਰਨ ਵਿੱਚ ਆ ਗਏ। ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਉਹ ਇਨਸਾਨ ਕਾਲ ਦੀ ਫਾਹੀ, ਜਮਾ ਦੀ ਫਾਹੀ ਤੋਂ ਬਚ ਗਏ। ਉਹ ਦੁਬਾਰਾ ਜਮਾ ਦੀ ਫਾਹੀ ਵਿੱਚ ਨਹੀਂ ਆਏ, ਉਹ ਤੇ ਹਮੇਸ਼ਾ ਲਈ ਜਨਮ ਤੇ ਮੌਤ ਤੋਂ ਰਹਿਤ ਹੋ ਗਏ। ਅੱਜ ਦਾ ਜਿਹੜਾ ਇਹ ਪਾਵਨ ਸ਼ਬਦ ਹੈ ਨਾ, ਇਸ ਸ਼ਬਦ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਬੜਿਆਂ ਨੇ ਉਸ ਪਰਮਾਤਮਾ ਨੂੰ ਲੱਭਣ ਦੇ ਬੜੇ ਬੜੇ ਯਤਨ ਕੀਤੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਬੜੇ ਉਦਮ, ਬੜੇ ਉਪਰਾਲੇ ਕੀਤੇ, ਪਰ ਉਹ ਪਰਮਾਤਮਾ ਕਿਸੇ ਨੂੰ ਨਹੀਂ ਮਿਲਿਆ। ਜਿਹੜਾ ਸ਼ਰਨ ਵਿੱਚ ਆਇਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ। ਸੋ ਸਤਿਗੁਰੂ ਰਹਿਮਤ ਕਰਨ। ਇੰਨੀਆਂ ਕੁ ਬੇਨਤੀਆਂ ਅੱਜ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਦੋ ਸ਼ਬਦ ਹੋਰ ਹਨ, ਉਹਨਾਂ ਦੀ ਵਿਚਾਰ ਕਰਕੇ ਫਿਰ ਅੱਗੇ ਜਿਵੇਂ ਸਤਿਗੁਰੂ ਕਿਰਪਾ ਕਰਾਉਣਗੇ। ਬੇਅੰਤ ਭੁੱਲਾਂ ਦੀ ਖਿਮਾ ਕਰੋ, ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।